Hello everyone, hope you all are well and welcome to our channel Let's Grow Together. And what I have today for you is how to write IELTS writing task 2. मतलब ਮੈਨੂੰ ਕਮੈਂਟ ਆਇਆ ਸੀਗਾ ਕਿ ਰਾਈਟਿੰਗ ਟਾਸਕ 2 ਕਿਵੇਂ ਲਿਖਿਆ ਜਾਂਦਾ ਹੈ, ਇੱਕ ਵਾਰੀ ਸਾਨੂੰ ਉਹ ਚੀਜ਼ ਦੱਸੀ ਜਾਵੇ। ਤਾਂ ਅੱਜ ਦੀ ਵੀਡੀਓ ਸਾਰੀ ਜਿਹੜੀ ਹੈਗੀ ਹੈ IELTS ਰਾਈਟਿੰਗ ਟਾਸਕ 2 ਦੇ ਉੱਪਰ ਹੀ ਹੋਏਗੀ ਕਿ ਹਾਊ ਟੂ ਰਾਈਟ ਤੇ ਕਿਹੜੇ 4 or 5 ਸਟੈਪਸ ਦਾ ਸਾਨੂੰ ਧਿਆਨ ਰੱਖਣਾ ਹੁੰਦਾ ਹੈ ਵਾਈਲ ਰਾਈਟਿੰਗ ਯੋਰ IELTS ਰਾਈਟਿੰਗ ਟਾਸਕ 2। ਸੋ ਲੈਟਸ ਬਿਗਿਨ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਕੁਐਸਚਨ ਦੀ ਸਮਝ ਹੋਣੀ ਚਾਹੀਦੀ ਹੈ। ਵੀ ਮਸਟ ਰੀਡ ਦ ਕੁਐਸਚਨ ਪ੍ਰੋਪਰਲੀ ਐਂਡ ਅੰਡਰਸਟੈਂਡ ਦ ਕੁਐਸਚਨ ਆਲਸੋ। ਸਭ ਤੋਂ ਪਹਿਲਾਂ ਅਸੀਂ ਕੁਐਸਚਨ ਨੂੰ ਰੀਡ ਕਰਾਂਗੇ, ਦੈਨ ਉਹਨੂੰ ਆਪਣੀ ਮਦਰ ਟੰਗ ਦੇ ਵਿੱਚ ਟਰਾਂਸਲੇਟ ਕਰਾਂਗੇ, ਪੰਜਾਬੀ ਦੇ ਵਿੱਚ ਸੋਚਾਂਗੇ ਕਿ ਕੀ ਇਹ ਕੁਐਸਚਨ ਕਹਿ ਰਿਹਾ ਹੈ, ਅਤੇ ਉਸ ਤੋਂ ਬਾਅਦ ਆਪਣੇ ਕੀਵਰਡਸ ਨੂੰ ਅੰਡਰਲਾਈਨ ਕਰਾਂਗੇ। ਓਕੇ, ਤਾਂ ਇੱਕ ਐਗਜ਼ਾਮਪਲ ਲੈ ਲੈਂਦੇ ਅਸੀਂ ਕੁਐਸਚਨ ਦੀ, ਲਾਈਕ ਕੰਜ਼ੰਪਸ਼ਨ ਆਫ ਜੰਕ ਫੂਡ ਇਜ਼ ਕਾਜ਼ਿੰਗ ਓਬੈਸਿਟੀ। ਮਤਲਬ ਕਿ ਜੰਕ ਫੂਡ ਜਿਹੜਾ ਹੈਗਾ, ਜੰਕ ਫੂਡ ਖਾਣ ਦੇ ਨਾਲ ਬੱਚੇ ਜਿਹੜੇ ਹੈ ਜਾਂ ਪੀਪਲ ਹੈ ਜਿਹੜੇ ਉਹ ਓਬੀਜ਼ ਹੋ ਰਿਹਾ। ਮਤਲਬ ਕਿ ਓਬੇਸਿਟੀ ਦਾ ਮਤਲਬ ਹੁੰਦਾ ਮੋਟਾਪਾ, ਮਤਲਬ ਕਿ ਉਹ ਮੋਟੇ ਹੁੰਦੇ ਜਾ ਰਹੇ ਆ। ਤਾਂ ਵਾਟ ਇਜ਼ ਯੋਰ ਓਪੀਨੀਅਨ, ਤੁਹਾਡਾ ਕਿਆ ਓਪੀਨੀਅਨ ਹੈ? ਤਾਂ ਬੇਸਿਕਲੀ ਕੀਵਰਡਸ ਕਿਆ ਹੁੰਦੇ ਆ ਤੁਹਾਡੇ? ਨਾਊਨ ਹੋ ਸਕਦੇ ਆ, ਐਡਜੈਕਟਿਵ ਹੋ ਸਕਦੇ ਆ, ਵਰਬ ਹੋ ਸਕਦੀ ਹੈ। ਠੀਕ ਹੈ, ਤਾਂ ਕੰਜ਼ੰਪਸ਼ਨ, ਜੰਕ ਐਂਡ ਕਾਜ਼ਿੰਗ ਓਬੈਸਿਟੀ, ਇਹਦੇ ਗੋ ਥਰੂ ਹੋਣਾ ਹੈ ਅਸੀਂ ਕੁਐਸਚਨ ਦੇ ਵਿੱਚ। ਦੈਨ ਅਸੀਂ ਆਪਣੇ ਡਾਟਾ ਨੂੰ ਔਰਗੇਨਾਈਜ਼ ਕਰਾਂਗੇ ਅਤੇ ਕਿਵੇਂ ਲਿਖਿਆ ਜਾਂਦਾ ਇਹ ਦੇਖਾਂਗੇ। ਸੋ ਲੈਟਸ ਬਿਗਿਨ। ਸਭ ਤੋਂ ਫਸਟ ਪੈਰਾਗ੍ਰਾਫ ਦੇ ਵਿੱਚ ਤੁਹਾਡੇ ਕੋਲ ਇੰਟਰੋਡਕਟਰੀ ਪੈਰਾਗ੍ਰਾਫ ਹੁੰਦਾ ਹੈ। ਇਹਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਲਿਖਣਾ ਹੈ। ਇੰਟਰੋਡਕਸ਼ਨ ਅਤੇ ਕੰਕਲੂਜ਼ਨ ਇਹ ਬਹੁਤ ਮੇਨ ਰੋਲ ਪਲੇ ਕਰਦੇ ਆ ਇਨ ਆਰਡਰ ਟੂ ਸਕੋਰ ਮੋਰ। ਤਾਂ ਇੰਟਰੋਡਕਸ਼ਨ ਜਿਹੜੀ ਹੈਗੀ ਉਹਦੇ ਵਿੱਚ ਤੁਸੀਂ ਕੋਈ ਵੀ ਗ੍ਰਾਮੈਟੀਕਲ ਮਿਸਟੇਕ, ਲੈਗਜ਼ੀਕਲ ਰਿਸੋਰਸ ਦੀ ਕੋਈ ਮਿਸਟੇਕ, ਐਵੇਂ ਦੀ ਕੋਈ ਵੀ ਮਿਸਟੇਕ ਨਹੀਂ ਕਰਨੀ, ਅਤੇ ਰੇਂਜ ਆਫ ਸੈਂਟੈਂਸਿਸ ਨੂੰ ਯੂਜ਼ ਕਰਨਾ। ਸੋ ਲੈਟਸ ਬਿਗਿਨ। ਲਾਈਕ ਸਾਡਾ ਕੁਐਸਚਨ ਹੁਣ ਹੈਗਾ ਹੈ ਕੰਜ਼ੰਪਸ਼ਨ ਆਫ ਜੰਕ ਫੂਡ ਇਜ਼ ਕਾਜ਼ਿੰਗ ਓਬੈਸਿਟੀ, ਕਿ ਜੰਕ ਫੂਡ ਜਿਹੜਾ ਹੈਗਾ ਹੈ ਉਹ ਓਬੈਸਿਟੀ ਕਾਜ਼ ਕਰ ਰਿਹਾ, ਉਹਦੇ ਕਰਕੇ ਲੋਕ ਜਿਹੜੇ ਆ ਮੋਟੇ ਹੋ ਰਹੇ ਆ। ਠੀਕ ਹੈ, ਤਾਂ ਸਾਡਾ ਕੀ ਓਪੀਨੀਅਨ ਹੈ ਉਹ ਅਸੀਂ ਡਿਸਕਸ ਕਰਾਂਗੇ ਬੋਡੀ ਪੈਰਾਗ੍ਰਾਫ ਦੇ ਵਿੱਚ। ਇੰਟਰੋਡਕਸ਼ਨ ਦੇ ਵਿੱਚ ਅਸੀਂ ਕਿਆ ਲਿਖਾਂਗੇ? 3 ਚੀਜ਼ਾਂ ਇੰਟਰੋਡਕਸ਼ਨ ਦੇ ਵਿੱਚ ਆ ਜਾਂਦੀਆਂ। ਡੈਟ ਇਜ਼ ਜਨਰਲ ਲਾਈਨ, ਮਤਲਬ ਕੋਈ ਵੀ ਇਸ ਟੌਪਿਕ ਦੇ ਨਾਲ ਮੇਲ ਖਾਂਦੀ ਹੋਈ ਕੋਈ ਵੀ ਲਾਈਨ ਜਿਹੜੀ ਹੈਗੀ ਅਸੀਂ ਉਹਨੂੰ ਜਨਰਲ ਲਾਈਨ ਦੇ ਤੌਰ 'ਤੇ ਲੈ ਲਾਂਗੇ। ਜਿਵੇਂ ਕਿ ਕੰਪਿਊਟਰ ਦੇ ਉੱਪਰ ਐਸੇ ਆ ਜਾਂਦਾ ਤਾਂ ਅਸੀਂ ਟੈਕਨੋਲੋਜੀ ਦੇ ਰਿਲੇਟਿਡ ਉਹ ਲੈ ਸਕਦੇ ਹਾਂ ਜਨਰਲ ਲਾਈਨ, ਕਿ ਵਿਦ ਦਾ ਐਡਵੈਂਟ ਆਫ ਟੈਕਨੋਲੋਜੀ ਹਿਊਮਨ ਦਾ ਲਾਈਫ ਸਟਾਈਲ ਜਿਹੜਾ ਉਹ ਬੈਟਰ ਹੋ ਗਿਆ ਹੈ ਨਾ। ਤਾਂ ਹੁਣ ਸਾਡਾ ਜਿਹੜਾ ਹੈਗਾ ਜੰਕ ਫੂਡ ਦੇ ਉੱਪਰ ਟੌਪਿਕ ਹੈ ਅਤੇ ਓਬੈਸਿਟੀ ਦੇ ਉੱਪਰ ਟੌਪਿਕ ਹੈ, ਤਾਂ ਅਸੀਂ ਇਸ ਦੇ ਰਿਲੇਟਿਡ ਹੀ ਜਨਰਲ ਲਾਈਨ ਲਿਖਾਂਗੇ। ਉਸ ਤੋਂ ਬਾਅਦ ਸੈਕਿੰਡ ਫੈਕਟਰ ਆਉਂਦਾ ਸਾਡਾ ਪੈਰਾਫਰੇਜ਼। ਪੈਰਾਫਰੇਜ਼ ਦਾ ਮਤਲਬ ਕਿਆ ਹੁੰਦਾ ਹੈ ਕਿ ਜੋ ਅਸੀਂ ਕੁਐਸਚਨ ਲਿਖਿਆ ਹੈ, ਜੋ ਸਾਨੂੰ ਕੁਐਸਚਨ ਲਿਖਿਆ ਹੋਇਆ ਅਸੀਂ ਉਸਨੂੰ ਮੋਲਡ ਕਰਨਾ ਹੈ, ਮਤਲਬ ਕਿ ਅਸੀਂ ਉਸਨੂੰ ਚੇਂਜ ਕਰਕੇ ਲਿਖਣਾ ਹੈ। ਹੁਣ ਇਹ 2 ਤਰੀਕਿਆਂ ਦੇ ਨਾਲ ਹੋ ਸਕਦਾ ਹੈ। ਜਾਂ ਤਾਂ ਤੁਸੀਂ ਲਾਈਕ ਤੁਹਾਡੇ ਕੋਲ ਹੁੰਦਾ ਸਬਜੈਕਟ, ਵਰਬ ਅਤੇ ਆਬਜੈਕਟ, ਇੱਦਾਂ ਹੀ ਸੈਂਟੈਂਸ ਬਣਦਾ। ਤਾਂ ਤੁਸੀਂ ਜਾਂ ਤਾਂ ਆਬਜੈਕਟ ਨੂੰ ਪਹਿਲਾਂ ਸਬਜੈਕਟ ਬਣਾ ਕੇ ਦੈਨ ਸਬਜੈਕਟ ਨੂੰ ਤੁਸੀਂ ਆਬਜੈਕਟ ਬਣਾ ਕੇ ਇੱਦਾਂ ਸੈਂਟੈਂਸ ਦਾ ਸਟਰਕਚਰ ਚੇਂਜ ਕਰ ਸਕਦੇ ਹੋ। ਮਤਲਬ ਕਿ ਸੈਂਟੈਂਸ ਦਾ ਸਟਰਕਚਰ ਚੇਂਜ ਕਰ ਦਿਓ। ਲਾਈਕ ਓਬੈਸਿਟੀ ਨੂੰ ਪਹਿਲਾਂ ਲਿਖ ਕੇ ਹੈ ਨਾ, ਕੰਜ਼ੰਪਸ਼ਨ ਵਾਲੀ ਚੀਜ਼ਾਂ ਨੂੰ ਬਾਅਦ ਦੇ ਵਿੱਚ ਲਿਖ ਸਕਦੇ ਹੋ। ਇੱਕ ਤਾਂ ਇਹ ਫੈਕਟਰ ਹੋ ਗਿਆ, ਇੱਦਾਂ ਮਤਲਬ ਇਹ ਪ੍ਰੋਸੈਸ ਹੋ ਗਿਆ ਜਿੱਦਾਂ ਤੁਸੀਂ ਸੈਂਟੈਂਸ ਨੂੰ ਮੋਲਡ ਕਰ ਸਕਦੇ ਹੋ। ਦੂਸਰਾ ਹੈਗਾ ਤੁਸੀਂ ਅਗਰ ਤੁਹਾਡੇ ਕੋਲ ਵਧੀਆ ਵਰਡਸ ਵੋਕੈਬ ਹੈਗੀ ਹੈ ਇਸ ਦੇ ਰਿਲੇਟਡ, ਤਾਂ ਤੁਸੀਂ ਉਹਨੂੰ ਯੂਜ਼ ਕਰਕੇ ਵੀ ਆਪਣੇ ਸੈਂਟੈਂਸ ਨੂੰ ਜਿਹੜਾ ਹੈਗਾ ਸਟੇਟਮੈਂਟ ਨੂੰ ਚੇਂਜ ਕਰ ਸਕਦੇ ਹੋ। ਤਾਂ ਉਹ ਚੀਜ਼ ਹੁੰਦੀ ਹੈ ਪੈਰਾਫਰੇਜ਼, ਮਤਲਬ ਕਿ ਅਸੀਂ ਆਪਣੇ ਕੁਐਸਚਨ ਨੂੰ ਮੋਲਡ ਕਰਕੇ ਲਿਖਣਾ। ਦੈਨ ਦ ਥਰਡ ਵਨ ਇਜ਼ ਥੀਸਿਸ ਲਾਈਨ। ਥੀਸਿਸ ਲਾਈਨ ਦੇ ਵਿੱਚ ਕਿਆ ਹੁੰਦਾ ਹੈ? ਥੀਸਿਸ ਲਾਈਨ ਦੇ ਵਿੱਚ ਅਸੀਂ ਐਗਜ਼ਾਮੀਨਰ ਨੂੰ ਦੱਸਣਾ ਹੈ ਕਿ ਸਾਨੂੰ ਸਮਝ ਆ ਚੁੱਕਿਆ ਕਿ ਤੁਸੀਂ ਕੁਐਸਚਨ ਦੇ ਵਿੱਚ ਕੀ ਪੁੱਛਿਆ, ਕਿਸ ਟਾਈਪ ਦਾ ਐਸੇ ਹੈ, ਐਡਵਾਂਟੇਜ ਡਿਸਐਡਵਾਂਟੇਜ ਦਾ ਐਸੇ ਹੈ, ਡੂ ਯੂ ਐਗਰੀ ਡਿਸਐਗਰੀ ਦਾ ਐਸੇ ਹੈ, ਜਾਂ ਫਿਰ ਟੂ ਵਾਟ ਐਕਸਟੈਂਟ ਡੂ ਯੂ ਐਗਰੀ, ਜਾਂ ਫਿਰ ਮੇਰਾ ਓਪੀਨੀਅਨ ਪੁੱਛਿਆ ਗਿਆ। ਤਾਂ ਜਿਸ ਵੀ ਟਾਈਪ ਦਾ ਐਸੇ ਹੋਇਆ ਅਸੀਂ ਉਹ ਥੀਸਿਸ ਲਾਈਨ ਦੇ ਥਰੂ ਦੱਸਾਂਗੇ ਕਿ ਸਾਨੂੰ ਐਗਜ਼ੈਕਟਲੀ ਪਤਾ ਚੱਲ ਚੁੱਕਿਆ ਕਿ ਅਸੀਂ ਕਿਸ ਟਾਈਪ ਦਾ ਐਸੇ ਜਿਹੜਾ ਹੈਗਾ ਪਰਫਾਰਮ ਕਰਨਾ ਜਾਂ ਲਿਖਣਾ। ਠੀਕ ਹੈ, ਸੋ ਸਭ ਤੋਂ ਪਹਿਲਾਂ ਅਸੀਂ ਇਸੀ ਕੁਐਸਚਨ ਦੀ ਇੰਟਰੋਡਕਸ਼ਨ ਲਿਖਦੇ ਹਾਂ 3 ਫੈਕਟਰਸ ਦੇ ਨਾਲ, ਜਨਰਲ ਲਾਈਨ, ਪੈਰਾਫਰੇਜ਼ ਐਂਡ ਥੀਸਿਸ ਲਾਈਨ। ਲੈਟਸ ਬਿਗਿਨ।
ਸੋ ਜਨਰਲ ਲਾਈਨ ਜਿਵੇਂ ਅਸੀਂ ਲਿਖ ਸਕਦੇ ਹਾਂ, ਇਟ ਇਜ਼ ਅ ਡਿਬੇਟੇਬਲ ਟੋਪਿਕ that why are people gaining weight in this contemporary epoch। contemporary ਦਾ ਮਤਲਬ ਹੁਣ ਦਾ ਮਤਲਬ ਮਾਡਰਨ ਐਰਾ, ਪ੍ਰੈਜ਼ੈਂਟ ਟਾਈਮ ਜਿਹੜਾ ਹੁਣ ਚੱਲ ਰਿਹਾ, ਮਾਡਰਨ ਵਰਲਡ ਹੈ ਜਿਹੜਾ, ਹੈ ਨਾ, ਉਸ ਦੀ ਗੱਲ ਹੋ ਰਹੀ ਹੈ ਕਿ ਇਹ ਅੱਜ ਕੱਲ੍ਹ ਬਹੁਤ ਚਰਚਾ ਦਾ ਵਿਸ਼ਾ ਬਣ ਚੁੱਕਿਆ ਕਿ ਜਿਹੜੇ ਲੋਕ ਹੈ ਉਹ ਇੰਕਰੀਜ਼ਿੰਗਲੀ ਵੇਟ ਗੇਨ ਕਰ ਰਹੇ ਆ, ਠੀਕ ਹੈ, ਮੋਟੇ ਹੁੰਦੇ ਜਾ ਰਹੇ ਆ ਅੱਜ ਦੇ ਯੁੱਗ ਦੇ ਵਿੱਚ। ਤਾਂ ਮਤਲਬ ਇੱਦਾਂ ਦੀ ਕੋਈ ਵੀ ਜਨਰਲ ਲਾਈਨ ਤੁਸੀਂ ਲੈ ਸਕਦੇ ਹੋ ਜਿਹੜੀ ਕਿ ਥੋੜ੍ਹਾ ਜਿਹਾ ਫੂਡ ਦੇ ਨਾਲ ਰਿਲੇਟ ਕਰਦੀ ਹੋਵੇ ਜਾਂ ਫਿਰ ਓਬੇਸਿਟੀ ਦੇ ਨਾਲ ਰਿਲੇਟ ਕਰਦੀ ਹੋਵੇ, ਮਤਲਬ ਤੁਹਾਡੇ ਜਿਹੜੇ ਹੈ ਕੀਵਰਡਸ ਦੇ ਨਾਲ ਰਿਲੇਟ ਕਰਦੀ ਹੋਵੇ, ਉਵੇਂ ਦੀ ਕੋਈ ਵੀ ਤੁਸੀਂ ਜਨਰਲ ਲਾਈਨ ਲੈ ਸਕਦੇ ਹੋ। ਦੈਨ ਸੈਕਿੰਡ ਸੀਗਾ ਸਾਡਾ ਪੈਰਾਫਰੇਜ਼ ਕਰਨਾ। ਹੁਣ ਅਸੀਂ ਆਪਣੇ ਕੁਐਸਚਨ ਨੂੰ ਪੈਰਾਫਰੇਜ਼ ਕਰਾਂਗੇ। ਹੁਣ ਓਬੇਸਿਟੀ ਨੂੰ ਮੈਂ ਜਿਹੜਾ ਹੈਗਾ ਸਬਜੈਕਟ ਬਣਾ ਲਿਆ। ਓਬੇਸਿਟੀ ਇਜ਼ ਇਨਕਰੀਜ਼ਿੰਗ ਅਮੰਗ ਡੈਨੀਜ਼ਨਸ owing to ਦਾ ਮਤਲਬ ਬਿਕੋਜ਼ ਆਫ ਰਾਈਜ਼ ਇਨ ਕੰਜ਼ਿਊਮਿੰਗ ਰੈਡੀਮੇਡ ਫੂਡ। ਤਾਂ ਜੰਕ ਫੂਡ ਨੂੰ ਮੈਂ ਰੈਡੀਮੇਡ ਲਿਖ ਦਿੱਤਾ, ਕੰਜ਼ੰਪਸ਼ਨ ਨੂੰ ਮੈਂ ਕੰਜ਼ਿਊਮਿੰਗ ਲਿਖ ਦਿੱਤਾ। ਤਾਂ ਇਹ ਵੀ ਚੀਜ਼ ਜਿਹੜੀ ਹੈਗੀ ਹੈ, ਕਈ ਵਰਡਸ ਨੂੰ ਅਸੀਂ ਐਡਜੈਕਟਿਵ ਦੀ ਤਰ੍ਹਾਂ, ਐਡਵਰਬ ਦੀ ਤਰ੍ਹਾਂ ਯੂਜ਼ ਕਰਕੇ ਆਪਣਾ ਲੈਕਸੀਕਲ ਰਿਸੋਰਸ ਜਿਹੜਾ ਹੈਗਾ ਵਧਾ ਸਕਦੇ ਹਾਂ, ਠੀਕ ਹੈ। ਇੰਸਟੈਡ ਆਫ ਯੂਜ਼ਿੰਗ ਕੰਜ਼ੰਪਸ਼ਨ ਅਗੇਨ ਆਈ ਯੂਜ਼ ਕੰਜ਼ਿਊਮਿੰਗ। ਤਾਂ ਤੁਸੀਂ ਲਿਖ ਸਕਦੇ ਹੋ ਕਿ ਜਿਹੜੀ ਓਬੈਸਿਟੀ ਹੈ ਉਹ ਲੋਕਾਂ ਦੇ ਵਿੱਚ ਜਿਹੜੀ ਹੈਗੀ ਵੱਧਦੀ ਜਾ ਰਹੀ ਹੈ ਬਿਕੋਜ਼ ਆਫ, ਕਾਹਦੇ ਕਰਕੇ ਵੱਧ ਰਹੀ ਹੈ, ਰਾਈਜ਼ ਇਨ ਕੰਜ਼ਿਊਮਿੰਗ ਰੈਡੀਮੇਡ ਫੂਡ ਦੀ ਜ਼ਿਆਦਾ ਖਾਣੇ ਦੇ ਕਰਕੇ ਜਿਹੜੀ ਹੈ ਓਬੈਸਿਟੀ ਵੱਧ ਰਹੀ ਹੈ। ਸੋ ਨੈਕਸਟ ਇਜ਼ ਥੀਸਿਸ ਲਾਈਨ। ਥੀਸਿਸ ਲਾਈਨ, ਇਨ ਦਿਸ ਐਸੇ ਆਈ ਵਿਲ ਆਰਟੀਕੂਲੇਟ ਵਾਈ I am completely in favor of the forementioned notion in the subsequent paragraph। ਮਤਲਬ ਕਿ ਇਸ ਐਸੇ ਦੇ ਵਿੱਚ ਮੈਂ ਦੱਸਾਂਗੀ, ਆਰਟੀਕੂਲੇਟ ਦਾ ਮਤਲਬ ਡਿਸਕਸ ਕਰਨਾ, ਕਿ ਕਿਉਂ ਮੈਂ ਜਿਹੜੀ ਹੈਗੀ ਹੈ ਉੱਪਰ ਵਾਲੀ ਨੋਸ਼ਨ ਹੈ, ਜਿਹੜੀ ਉੱਪਰ ਸਟੇਟਮੈਂਟ ਦਿੱਤੀ ਹੋਈ ਹੈ, ਫੋਰਮੈਂਸ਼ਨਡ ਦਾ ਮਤਲਬ ਉੱਪਰ ਦਿੱਤੀ ਹੋਈ ਨੋਸ਼ਨ, ਉਹਦੇ ਫੇਵਰ ਦੇ ਵਿੱਚ ਆ। ਇਹ ਚੀਜ਼ਾਂ ਮੈਂ ਦੱਸਾਂਗੀ ਇਨ ਦਾ ਸਬਸੀਕੁਐਂਟ ਪੈਰਾਗ੍ਰਾਫ, ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ। ਸੋ ਦ ਸੈਕਿੰਡ ਥਿੰਗ ਯੂ ਨੀਡ ਟੂ pay attention on is planning। ਤੁਸੀਂ ਆਪਣੇ 5 ਮਿੰਟ ਪਲੈਨਿੰਗ ਦੀ ਨੂੰ ਜ਼ਰੂਰ ਦੇਣੇ ਆ, ਠੀਕ ਹੈ। ਹੁਣ ਅਸੀਂ ਆਪਣੇ ਕੁਐਸਚਨ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੰਕ ਫੂਡ ਦੀ ਕੰਜ਼ੰਪਸ਼ਨ ਦੇ ਉੱਪਰ ਕੁਐਸਚਨ ਹੈ ਤੇ ਓਬੈਸਿਟੀ ਦੇ ਉੱਪਰ ਕੁਐਸਚਨ ਹੈ। ਤਾਂ ਅਸੀਂ ਪਲਾਨ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਉਹ ਓਬੈਸਿਟੀ ਕਾਜ਼ ਕਰ ਰਹੀਆਂ। 4 ਪੈਰਾਗ੍ਰਾਫਸ ਹੋਣੇ ਚਾਹੀਦੇ ਆ ਤੁਹਾਡੇ ਐਸੇ ਦੇ ਵਿੱਚ, ਠੀਕ ਹੈ। ਫਰਸਟ ਇਜ਼ ਇੰਟਰੋਡਕਸ਼ਨ, ਸੈਕਿੰਡ ਬੋਡੀ ਪੈਰਾਗ੍ਰਾਫ 1, ਥਰਡ ਪੈਰਾਗ੍ਰਾਫ ਦੇ ਵਿੱਚ ਅਸੀਂ ਬੋਡੀ ਪੈਰਾਗ੍ਰਾਫ 2 ਲਿਖਾਂਗੇ ਜਿਹਦੇ ਵਿੱਚ ਅਸੀਂ ਮੇਨ ਡਾਟਾ ਲਿਖਣਾ ਆਪਣਾ, ਠੀਕ ਹੈ। ਦੈਨ ਫੋਰਥ ਪੈਰਾਗ੍ਰਾਫ ਦੇ ਵਿੱਚ ਅਸੀਂ ਆਪਣੇ ਐਸੇ ਨੂੰ ਕੰਕਲੂਡ ਕਰ ਦਾਂਗੇ, ਠੀਕ ਹੈ। ਇੰਟਰੋਡਕਟਿਵ ਪੈਰਾਗ੍ਰਾਫ ਜਿਹੜਾ ਹੈ ਉਹ ਤੁਹਾਡਾ 30 to 40 ਵਰਡਸ ਦਾ ਹੋਣਾ ਚਾਹੀਦਾ ਹੈ। ਤੁਸੀਂ ਥੋੜਾ ਉੱਪਰ ਨੀਚੇ ਵੀ ਕਰ ਸਕਦੇ ਹੋ। ਦੈਨ ਬੋਡੀ ਪੈਰਾਗ੍ਰਾਫ 1 or 2 ਦੇ ਵਿੱਚ 100 to 110 ਵਰਡਸ ਹੋਣੇ ਚਾਹੀਦੇ। ਦੈਨ ਕੰਕਲੂਜਨ ਦੇ ਵਿੱਚ ਤੁਹਾਡੇ 30 to 40 ਵਰਡਸ। ਹੁਣ BP1 ਮਤਲਬ ਬੋਡੀ ਪੈਰਾਗ੍ਰਾਫ 1 ਤੇ 2 ਕਿਵੇਂ ਲਿਖਣਾ ਹੈ, ਇਹਦੇ ਵਿੱਚ ਤੁਹਾਡੇ 2 ਆਈਡੀਆਜ਼ ਹੋਣੇ ਚਾਹੀਦੇ ਤੇ ਇੱਕ ਐਗਜ਼ਾਮਪਲ, ਠੀਕ ਹੈ। ਮਤਲਬ ਕਿ ਬੋਡੀ ਪੈਰਾਗ੍ਰਾਫ 1 ਦੇ ਵਿੱਚ ਅਸੀਂ 2 ਆਈਡੀਆਜ਼ ਲਿਖਾਂਗੇ, ਇੱਕ ਐਗਜ਼ਾਮਪਲ। ਦੈਨ ਬੋਡੀ ਪੈਰਾਗ੍ਰਾਫ 2 ਦੇ ਵਿੱਚ 2 ਆਈਡੀਆਜ਼ ਤੇ ਇੱਕ ਐਗਜ਼ਾਮਪਲ। ਹੁਣ ਆਪਣੇ ਐਗਜ਼ਾਮੀਨਰ ਨੂੰ ਬਿਲਕੁਲ ਮਤਲਬ ਪਰੇਸ਼ਾਨ ਨਹੀਂ ਕਰਨਾ। ਯੂ ਕੈਨ ਮਤਲਬ ਉਹਨੂੰ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਐਸੇ ਦੇ ਵਿੱਚ ਕੀ ਲਿਖਣ ਜਾ ਰਹੇ ਹੋ, ਠੀਕ ਹੈ। ਤਾਂ ਸਟਾਰਟਿੰਗ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਆਈ ਟੋਟਲੀ ਸਪੋਰਟ ਦ ਫੋਰਮੈਂਸ਼ਨਡ ਨੋਸ਼ਨ, ਠੀਕ ਹੈ, ਐਂਡ ਆਈ ਵਿਲ ਸੁਜੈਸਟ ਦ ਰੀਜ਼ਨਸ ਬਿਹਾਈਂਡ ਦੈਟ। ਸੋ ਲੈਟਸ ਪਲਾਨ ਦਾ ਐਸੇ। ਤਾਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਅਸੀਂ ਕੋਈ ਵੀ 2 ਰੀਜ਼ਨਸ ਦੇਣੇ ਆ ਹੁਣ, ਤੇ ਉਹਨਾਂ ਨੂੰ ਹੀ ਐਗਜ਼ਾਮਪਲ ਦੇ ਨਾਲ ਸਪੋਰਟ ਕਰਾਂਗੇ, ਠੀਕ ਹੈ। ਹੁਣ ਫਸਟ ਦੇ ਵਿੱਚ ਲੈ ਲੈਂਦੇ ਕਿ ਆਖਿਰ ਜੰਕ ਫੂਡ ਜਿਹੜਾ ਹੈਗਾ ਓਬੈਸਿਟੀ ਕਿੱਦਾਂ ਕਾਜ਼ ਕਰਦਾ ਹੈ। ਵਾਈ ਜੰਕ ਫੂਡ ਕਾਜ਼ ਓਬੈਸਿਟੀ, ਕਿਉਂ ਕਾਜ਼ ਕਰਦਾ ਹੈ, ਠੀਕ ਹੈ। ਕਿਉਂ ਜਿਹੜਾ ਹੈਗਾ ਜੰਕ ਫੂਡ ਦੀ ਕੰਜ਼ੰਪਸ਼ਨ ਹੋ ਰਹੀ ਹੈ, ਕਾਜ਼ ਕਿਆ ਹੈ ਇਹਦੇ। ਤਾਂ ਸਭ ਤੋਂ ਪਹਿਲਾ ਕਾਜ਼ ਹੋ ਸਕਦਾ ਹੈਕਟਿਕ ਲਾਈਫ ਸਟਾਈਲ ਆਫ ਪੇਰੈਂਟਸ, ਕਿ ਲਾਈਕ ਹੋ ਸਕਦਾ ਕਿ ਦੋਨੋਂ ਪੇਰੈਂਟਸ ਜਿਹੜੇ ਹੈਗੇ ਆ ਉਹ ਵਰਕਿੰਗ ਹੈ ਨਾ, ਤਾਂ ਬਿਜ਼ੀ ਲਾਈਫ ਸਟਾਈਲ ਹੈ ਉਹਨਾਂ ਦਾ। ਤਾਂ ਇਸ ਕਰਕੇ ਜਿਹੜਾ ਹੈਗਾ ਉਹ ਰੈਦਰ ਦੈਨ ਹੋਮ ਕੁਕਡ ਫੂਡ ਉਹ ਬਾਹਰ ਤੋਂ ਆਰਡਰ ਕਰ ਲੈਂਦੇ ਆ ਫਾਸਟ ਫੂਡ, ਓਕੇ। ਤਾਂ ਇਹ ਰੀਜ਼ਨ ਹੋ ਸਕਦਾ। ਦੂਸਰਾ ਰੀਜ਼ਨ ਹੋ ਸਕਦਾ ਹੈ ਈਜ਼ੀ ਅਵੇਲੇਬਿਲਿਟੀ ਆਫ ਫਾਸਟ ਫੂਡ
ਜਿਹੜਾ ਈਜ਼ੀਲੀ ਅਵੇਲੇਬਲ ਹੁੰਦਾ ਔਨ ਦ ਸਟਰੀਟਸ ਜਾਂ ਫਿਰ ਮਾਰਕੀਟਸ ਦੇ ਵਿੱਚ, ਤਾਂ ਹੁਣ ਤਾਂ ਉਹਦੀ ਡਿਲੀਵਰੀ ਜਿਹੜੀ ਹੈਗੀ ਹੈ ਐਟ ਹੋਮ ਹੋਣ ਲੱਗ ਗਈ ਹੈ। ਤਾਂ ਇਹ ਜਿਹੜੇ ਹੈਗੇ ਈਜ਼ੀ ਅਵੇਲੇਬਿਲਿਟੀ ਹੈ ਜਿਹੜਾ, ਇਹ ਦੂਸਰਾ ਕਾਜ਼ ਹੋ ਸਕਦਾ ਹੈ ਜੰਕ ਫੂਡ ਦੀ ਕੰਜ਼ੰਪਸ਼ਨ ਦੇ ਲਈ। ਮੂਵਿੰਗ ਟੂ ਬੋਡੀ ਪੈਰਾਗ੍ਰਾਫ 2। ਹੁਣ ਹੋਰ ਕਿਆ ਰੀਜ਼ਨਸ ਹੋ ਸਕਦੇ ਆ ਜੰਕ ਫੂਡ ਤੋਂ ਇਲਾਵਾ ਜਿਹੜੇ ਓਬੈਸਿਟੀ ਕਾਜ਼ ਕਰ ਰਹੇ ਆ, ਤਾਂ ਉਹ ਕਿਹੜੇ ਰੀਜ਼ਨਸ ਹੋ ਸਕਦੇ ਆ? ਲਾਈਕ ਪੀਪਲ ਜਿਹੜੇ ਹੈਗੇ ਆ ਉਹ ਐਕਸਰਸਾਈਜ਼ ਨਹੀਂ ਕਰ ਰਹੇ, ਜਾਂ ਫਿਰ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਬਹੁਤ ਸੈਡੈਂਟਰੀ ਹੁੰਦਾ ਜਾ ਰਿਹਾ, ਠੀਕ ਹੈ, ਬਹੁਤ ਆਰਾਮਦਾਇਕ, ਲਾਈਕ ਟੈਕਨੋਲੋਜੀ ਦੇ ਆਉਣ ਦੇ ਨਾਲ ਉਹਨਾਂ ਦੀ ਵਰਕ ਬਹੁਤ ਘੱਟ ਗਿਆ ਹੈ, ਲਾਈਕ ਵਾਸ਼ਿੰਗ ਮਸ਼ੀਨਸ ਵਗੈਰਾ ਆ ਗਈਆਂ ਹੈ ਨਾ, ਕੰਪਿਊਟਰਸ ਆ ਗਏ, ਤਾਂ ਉਹਨਾਂ ਦਾ ਮਤਲਬ ਵਰਕਲੋਡ ਜਿਹੜਾ ਹੈਗਾ ਉਹ ਘੱਟ ਚੁੱਕਿਆ, ਠੀਕ ਹੈ। ਤਾਂ ਇਹ ਜਿਹੜਾ ਹੈਗਾ ਦੂਸਰਾ ਰੀਜ਼ਨ ਹੋ ਸਕਦਾ, ਅਸੀਂ ਜਿਹੜਾ ਬੋਡੀ ਪੈਰਾਗ੍ਰਾਫ 2 ਦੇ ਵਿੱਚ ਡਿਸਕਸ ਕਰਾਂਗੇ। ਤਾਂ ਇਹ ਦੋ ਇੱਦਾਂ ਮਤਲਬ ਤੁਸੀਂ ਪਲੈਨਿੰਗ ਕਰਨੀ ਹੈ ਬਿਫੋਰ ਰਾਈਟਿੰਗ, ਚਾਹੇ ਆਪਣੇ ਦਿਮਾਗ ਦੇ ਵਿੱਚ ਹੈ ਨਾ ਪਲੈਨਿੰਗ ਕਰ ਸਕਦੇ ਹੋ ਤੁਸੀਂ, ਜਾਂ ਫਿਰ ਪੇਪਰ ਦੇ ਉੱਪਰ, ਰਫ ਸ਼ੀਟ ਦੇ ਉੱਪਰ, ਜਾਂ ਜੋ ਵੀ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਉੱਥੇ, ਠੀਕ ਹੈ। ਸੋ ਲੈਟਸ ਮੂਵ ਟੂ ਬੋਡੀ ਪੈਰਾਗ੍ਰਾਫ 1। ਕਿਵੇਂ ਲਿਖਣਾ ਹੈ? ਕਨੈਕਟਰਸ ਨੂੰ ਤੁਸੀਂ ਨਾ ਤਾਂ ਜ਼ਿਆਦਾ ਯੂਜ਼ ਕਰਨੇ ਆ ਕਨੈਕਟਰਸ, ਤੇ ਨਾ ਹੀ ਘੱਟ ਯੂਜ਼ ਕਰਨੇ ਆ, ਠੀਕ ਹੈ। ਐਕੂਰੇਟਲੀ ਮਤਲਬ ਜਦੋਂ ਤੁਸੀਂ ਆਪਣਾ ਨੈਕਸਟ ਵਿਊ ਦੱਸਣ ਜਾ ਰਹੇ ਹੋ, ਨੈਕਸਟ ਆਈਡੀਆ ਦੱਸਣ ਜਾ ਰਹੇ ਹੋ, ਤਾਂ ਤੁਸੀਂ ਆਪਣੇ ਕਨੈਕਟਰ ਨੂੰ ਜ਼ਰੂਰ ਯੂਜ਼ ਕਰਨਾ। ਲਾਈਕ ਟੂ ਬਿਗਿਨ ਵਿਦ, ਵਾਈ ਜੰਕ ਫੂਡ ਇਜ਼ ਕਾਜ਼ਿੰਗ ਓਬੇਸਿਟੀ? ਕੁਐਸਚਨ ਮਾਰਕ। ਇੰਟਰੋਗੇਟਿਵ ਅਸੀਂ ਸੈਂਟੈਂਸ ਯੂਜ਼ ਕਰ ਲਿਆ, ਠੀਕ ਹੈ। ਸੋ क्यों जंक फूड आखिर ओबेसिटी कॉज कर रहे हैं? इनिशियली पहला रीज़न क्या है? द लाइफ स्टाइल ऑफ पेरेंट्स हैज़ बिकम हैक्टिक। लाइफ स्टाइल पेरेंट्स का हैक्टिक हो चुका है, देयरफॉर दे आर नॉट प्रिपेयरिंग होम कुकड फूड। अच्छी तरह अपने हुण आइडिया सीगा कि हैक्टिक लाइफ स्टाइल ऑफ पेरेंट्स, ਉਹਦੇ ਕਰਕੇ ਜਿਹੜਾ ਹੈਗਾ ਤੁਹਾਡਾ ਜੰਕ ਫੂਡ ਕੰਜ਼ੰਪਸ਼ਨ ਜ਼ਿਆਦਾ ਹੋ ਰਹੀ ਹੈ, ਤਾਂ ਉਹਨੂੰ ਹੁਣ ਅਸੀਂ ਸਪੋਰਟ ਕਰਾਂਗੇ ਐਸੇ ਨੂੰ, ਠੀਕ ਹੈ। क्यों? एज दे आर नॉट प्रिपेयरिंग होम कुकड फूड, नहीं प्रिपेयर करते, रैदर वो क्या प्रेफर करते हैं? दे ऑर्डर फास्ट फूड। ये साडा फर्स्ट रीजन हो गया। तो सैकेंड रीजन देने तो पहला तुसी कनैक्टर यूज़ करोगे, लाइक आह यूज़ कर लेंगे। बिसाइड्स दिस ईजी अवेलेबिलिटी ऑफ स्ट्रीट फूड कैन बी द अदर रीजन, कि दूसरा रीजन क्या हो सकता है? स्ट्रीट फूड की ईजी अवेलेबिलिटी। हुण इहनूं असीं एग्जाम्पल ਦੇ ਨਾਲ ਸਪੋਰਟ ਕਰਾਂਗੇ, ਤਾਂ ਐਗਜ਼ਾਮਪਲ ਦੇ ਲਈ ਕਨੈਕਟਰ ਯੂਜ਼ ਕਰ ਸਕਦੇ ਹੋ ਤੁਸੀਂ, ਟੂ ਐਗਜ਼ੈਂਪਲੀਫਾਈ। ਹੁਣ ਤੁਹਾਡਾ ਜਿਹੜਾ ਐਗਜ਼ਾਮਪਲ ਹੈ ਉਹ ਬਿਲਕੁਲ ਤੁਹਾਡੇ ਆਈਡੀਏ ਨੂੰ ਸਪੋਰਟ ਕਰਦਾ ਹੋਣਾ ਚਾਹੀਦਾ, ਠੀਕ ਹੈ। ਆਊਟ ਆਫ ਦ ਟੌਪਿਕ ਨਹੀਂ ਜਾਣਾ, ਆਊਟ ਆਫ ਦ ਆਈਡੀਆ ਨਹੀਂ ਜਾਣਾ, ਤੁਸੀਂ ਉਸ ਦੀ ਆਈਡੀਆ ਨੂੰ ਸਪੋਰਟ ਕਰਨਾ ਕਿ ਈਜ਼ੀ ਅਵੇਲੇਬਿਲਿਟੀ ਹੈ ਫਾਸਟ ਫੂਡ ਦੀ, ਠੀਕ ਹੈ। ਤਾਂ ਟੂ ਐਗਜ਼ੈਂਪਲੀਫਾਈ ਫਰਮ ਪਾਸਟ ਫਿਊ years या फिर past 5 years numerous food joints have been opened या फिर have opened which offer cuisines ਦਾ ਮਤਲਬ food at affordable prices। affordable ਦਾ ਮਤਲਬ cheap price, ਸਸਤੇ prices ਦੇ ਉੱਪਰ food ਜਿਹੜਾ ਹੈਗਾ food joints ਜਿਹੜੇ ਹੈਗੇ ਆ ਉਹ food ਨੂੰ offer ਕਰਦੇ ਆ, ਠੀਕ ਹੈ। which is revealed by a pioneer magazine हिंदुस्तान टाइम्स, ਜਿਹੜਾ ਕਿਨੇ ਰਿਵੀਲ ਕੀਤਾ? ਹਿੰਦੁਸਤਾਨ ਟਾਈਮਸ ਮੈਗਜ਼ੀਨ ਨੇ, ਠੀਕ ਹੈ, ਜਾਂ ਫਿਰ ਨਿਊਜ਼ਪੇਪਰ ਨੇ। ਤਾਂ ਇੱਥੇ ਅਸੀਂ ਪੈਸਿਵ ਵੌਇਸ ਯੂਜ਼ ਕਰ ਲਿਆ ਬਾਏ ਯੂਜ਼ ਕਰਕੇ, ਓਕੇ। ਤਾਂ ਤੁਸੀਂ ਇੱਦਾਂ ਰੇਂਜ ਆਫ ਸੈਂਟੈਂਸਿਸ ਵੀ ਯੂਜ਼ ਕਰਨੇ ਆ। ਤਾਂ ਅਸੀਂ ਆਪਣੇ ਆਈਡੀਆ ਨੂੰ ਸਪੋਰਟ ਕਰ ਦਿੱਤਾ ਕਿ ਈਜ਼ੀ ਅਵੇਲੇਬਿਲਿਟੀ ਹੈ ਫੂਡ ਦੀ, ਕਿ ਬਹੁਤ ਸਾਰੀ ਫੂਡ ਜੁਆਇੰਟਸ ਹੈ ਜਿਹੜੇ ਖੁੱਲ੍ਹ ਚੁੱਕੇ ਆ ਔਨ ਦ ਸਟਰੀਟਸ ਇਨ ਦ ਪਾਸਟ 5 years, ਜਿਹਦੇ ਕਰਕੇ ਜਿਹੜਾ ਹੈਗਾ ਓਬੇਸਿਟੀ ਹੈ ਉਹ ਕੌਜ਼ ਹੋ ਗਿਆ। मूविंग टू आवर बॉडी पैराग्राफ 2, ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਹੋਰ ਕਿਹੜੇ ਕਾਜ਼ਸ ਹੋ ਸਕਦੇ ਆ। ਹਾਊਐਵਰ देयर आर सम अदर ਕਾਜ਼ਸ ਆਫ ਬਿਕਮਿੰਗ ਓਬੀਜ਼। ਹੋਰ ਕਿਹੜੇ ਕਾਜ਼ਸ ਹੈ? ਪ੍ਰਾਇਮਰੀਲੀ ਸਭ ਤੋਂ ਪਹਿਲਾਂ ਮਾਸਸ ਆਰ ਲੈਥਾਰਜਿਕ ਨਾਊਅਡੇਜ਼। ਜਿਹੜੇ ਲੋਕ ਹੈ ਉਹ ਬਹੁਤ ਜ਼ਿਆਦਾ ਲੇਜ਼ੀ ਹੁੰਦੇ ਜਾ ਰਹੇ ਅੱਜ ਕੱਲ੍ਹ, ਐਜ਼ ਦੇ ਡੂ ਨਾਟ ਡੂ ਐਕਸਰਸਾਈਜ਼ ਨਹੀਂ ਕਰਦੇ, ਠੀਕ ਹੈ, ਇਨ ਆਰਡਰ ਟੂ ਮੇਨਟੇਨ देयर ਬॉडी। ਤਾਂ ਇਸ ਚੀਜ਼ ਨੂੰ ਹੁਣ ਅਸੀਂ ਐਗਜ਼ਾਮਪਲ ਦੇਵਾਂਗੇ। ਫॉर इंस्टेंस ਅ ਸਰਵੇ ਕੰਡਕਟਡ ਬਾਈ ਵਰਲਡ ਹੈਲਥ ਆਰਗੇਨਾਈਜੇਸ਼ਨ ਰਿਵੀਲ, ਕਿ ਸਰਵੇ ਦੇ ਵਿੱਚ ਜਿਹੜਾ ਹੈਗਾ ਇਹ ਦੱਸਿਆ ਗਿਆ, ਇਹ ਸਾਹਮਣੇ ਆਇਆ ਹੈ ਡੈਟ 80% ਆਫ ਦ ਪੋਪੂਲੇਸ਼ਨ ਡਜ਼ ਨਾਟ ਡੂ ਵਰਕਆਊਟਸ, ਕਿ 80% ਜਿਹੜੀ ਹੈਗੀ ਆ ਪੋਪੂਲੇਸ਼ਨ ਉਹ ਐਕਸਰਸਾਈਜ਼ ਨਹੀਂ ਕਰ ਰਹੀ ਐਂਡ ਆਰ ਗੈਟਿੰਗ ਓਬੀਜ਼, ਜਿਹਦੇ ਕਰਕੇ ਉਹ ਲੇਜ਼ੀ ਹੁੰਦੀ ਜਾ ਰਹੀ ਹੈ ਅਤੇ ਮੋਟੀ ਹੁੰਦੀ ਜਾ ਰਹੀ ਹੈ, ਠੀਕ ਹੈ। ਤਾਂ ਉਹੀ ਆਪਣੇ ਐਕਸਰਸਾਈਜ਼ ਵਾਲੇ
पॉइंट ਨੂੰ ਅਸੀਂ ਸਪੋਰਟ ਕਰ ਦਿੱਤਾ ਵਿਦ ਦ ਐਗਜ਼ਾਮਪਲ ਆਫ WHO। मूविंग फर्दर, प्रोबिंग फर्दर भी यूज़ कर सकते हो तुसी कनैक्टर अपने नैक्सट आइडिया ਨੂੰ ਦੱਸਣ ਲਈ। इंग्रेडिएंट्स यूज्ड इन प्रिपेयरिंग these dishes are certainly mouth watering, owing to which juveniles insist their parents to let them have junk food। ਤਾਂ मतलब कि नैक्सट आइडिया ਵਿੱਚ ਤੁਸੀਂ ਦੱਸੋਗੇ कि ਜਿਹੜੇ ਇੰਗਰੀਡੀਐਂਟਸ ਹੈ ਲਾਈਕ ਉਹ ਬਹੁਤ ਮਾਊਥ ਵਾਟਰਿੰਗ ਹੁੰਦੇ ਆ, ਮਤਲਬ ਕਿ ਬਹੁਤ ਡਿਲੀਸ਼ੀਅਸ ਫੂਡ ਪ੍ਰਿਪੇਅਰ ਕੀਤਾ ਜਾਂਦਾ ਹੈ, ਜਿਹਦੇ ਕਰਕੇ ਜਿਹੜੇ ਜੁਵੇਨਾਈਲਸ ਹੈ ਮਤਲਬ ਚਿਲਡਰਨ ਹੈ ਜਿਹੜੇ ਉਹ ਆਪਣੇ ਪੇਰੈਂਟਸ ਨੂੰ ਇੰਸਿਸਟ ਕਰਦੇ ਆ, ਜ਼ੋਰ ਪਾਉਂਦੇ ਆ ਉਹਨਾਂ ਦੇ ਉੱਤੇ ਕਿ ਉਹਨਾਂ ਨੂੰ ਜੰਕ ਫੂਡ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਜਾਵੇ ਜਾਂ ਫਿਰ ਖਾਣ ਦਿੱਤਾ ਜਾਵੇ। ਲਾਸਟ ਪੈਰਾਗ੍ਰਾਫ ਕੰਕਲੂਜਨ, ਤੁਸੀਂ ਕੰਕਲੂਜਨ ਦੇ ਲਈ ਵਰਡ ਯੂਜ਼ ਕਰ ਸਕਦੇ ਹੋ ਟੂ ਕੰਕਲੂਡ ਜਾਂ ਫਿਰ ਟੂ ਰੀਕੈਪੀਚੂਲੇਟ। ਇਹਨੂੰ ਯਾਦ ਕਰਨ ਦੇ ਲਈ ਰੀ ਫਿਰ ਕੈਪੀਚੂਲੇਟ। ਓਕੇ, टू रीकैपिचुलेट, इट इज़ अनडिनाएबल दैट जंक फूड इज़ द प्राइम रीज़न। ठीक है, हुण असीं कंकलूजन दे विच क्या करांगे, जो साडी थीसिस लाइन सीगी मतलब कि थीसिस लाइन च असीं पूरी तरह फेवर दे विच सीगे कि जंक फूड जिहड़ी है कंजप्शन कॉज करदी है, ਤਾਂ ਅਸੀਂ ਉਹੀ ਚੀਜ਼ ਕੰਕਲੂਜਨ ਦੇ ਵਿੱਚ ਲਿਖਾਂਗੇ ਕਿ ਇਟ ਇਜ਼ ਦ ਅਨਡਿਨਾਏਬਲ, ਇਹ ਜਿਹੜਾ ਹੈਗਾ ਮਨਾ ਨਹੀਂ ਕੀਤਾ ਜਾ ਸਕਦਾ ਡੈਟ ਜੰਕ ਫੂਡ ਇਜ਼ ਦ ਪ੍ਰਾਈਮ ਮਤਲਬ ਕਿ ਮੇਨ ਰੀਜ਼ਨ ਹੈ ਬਿਹਾਈਂਡ ਓਬੇਸਿਟੀ ਇਨ ਮਾਸਿਸ, मतलब कि लोगों के विच ओबेसिटी का कॉज जंक फूड है। ऑल्सो हैक्टिक स्कैड्यूल ऑफ पेरेंट्स एंड सेडेंटरी लाइफ स्टाइल, जो असी बॉडी पैराग्राफ के डिस्कस किया है, असी उन्होंने वन वर्ड या फिर टू वर्ड्स के इत्थे लिखना है कि हैक्टिक स्कैड्यूल पेरेंट्स का तो सेडेंटरी लाइफ स्टाइल ये करके जोड़ा है ये क्या कर रहा है, लीड्स टू फैटी इंडिविजुअल्स नूं होर ज़्यादा फैटी बना रहा है। ठीक है, तो इस चीज़ के नाल इदां मतलब कि तुसीं अपने ऐसे नूं ऑर्गेनाइज वे दे विच लिखना है ते नाल दे नाल कनैक्टर्स यूज़ करने हैं, वैरायटी ऑफ सेंटेंसिस यूज़ करने हैं। तो एक होर गल जिहड़ी तुसीं ध्यान रखनी है डैट इज़ पंचुएशन। पंचुएशन का बहुत ध्यान रखना है बिकॉज ये भी थोड़ा ग्रामैटिकल रेंज दे विच चैक होएगा। कॉमा असीं कदों प्लेस करते हैं, ਜਦੋਂ ਸਾਨੂੰ ਪੌਜ਼ ਲਾਈਕ ਬੋਲਦੇ ਬੋਲਦੇ ਸਾਨੂੰ ਪੌਜ਼ ਲੈਣ ਦੀ ਜ਼ਰੂਰਤ ਹੈ, ਕਿਤੇ ਰੁਕਣਾ ਪੈ ਰਿਹਾ ਹੈ ਨਾ, ਤਾਂ ਉੱਥੇ ਅਸੀਂ ਕੌਮਾ ਦਾ ਯੂਜ਼ ਕਰਾਂਗੇ। ਦੈਨ ਫੁੱਲ ਸਟਾਪ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਅਸੀਂ ਆਪਣੀ ਲਾਈਨ ਨੂੰ ਐਂਡ ਕਰ ਰਹੇ ਹਾਂ। ਠੀਕ ਹੈ, ਦੈਨ ਸੈਮੀ ਕੋਲਨ ਤੇ ਹਾਈਫਨ। ਸੈਮੀ ਕੋਲਨ ਦਾ ਯੂਜ਼ ਤੁਸੀਂ ਜ਼ਰੂਰ ਕਰ ਸਕਦੇ ਹੋ ਇਨ ਆਰਡਰ ਟੂ ਸ਼ੋ ਦੈਟ ਯੂ ਹੈਵ ਦ वैरायटी ऑफ पंचुएशनस यू हैव यूज्ड इन द एसे। ठीक है, तो हाउएवर तो पहला तुसी सैमीकोलन देयरफॉर तो पहला सैमीकोलन यूज़ कर सकते हो, हाउएवर तो बाद फिर कॉमा यूज़ कर सकते हो ना दोनों तो बाद। दैन मूविंग टू आवर ग्रामैटिकल रेंज, हुण किद्दां असीं ग्रामैटिकल रेंज नूं भी मेनटेन कीता है, इहदे विच असीं वैरायटी ऑफ कंपलैक्स सेंटेंसिस यूज़ कीते है, दैन कंपाउंड सेंटेंस यूज़ कीता है वन और मोर। दैन पैसिव सेंटेंस यूज़ करना है जिथे असी बाय लगाया सीगा है ना कि बाय पीपल दीज आर यूज्ड। दैन लाइक इट इज़ बिलीव्ड बाय सम, तुसी इंट्रोडक्टरी पैराग्राफ दे विच भी इनू पैसिव वॉइस नू यूज़ कर सकते हो। ठीक है, इन ऑर्डर टू शो द रेंज एंड एक्यूरेसी ऑफ ग्रामर। दैन तुसी कंडीशनल सेंटेंसिस यूज़ कर सकते हो टू और मोर। दैन इंटैरोगेटिव वन तो जरूर होना चाहिए जिन्होंने तुसी बॉडी पैराग्राफ टू च ईजीली यूज़ कर सकते हो। लाइक तुसी होर आइडिया लिखना है तो वॉट इज़ मोर करके लिख सकते हो तुसी क्वेश्चन मार्क है ना, वॉट इज़ मोर। सो द लास्ट थिंग दैट यू नीड टू प्रैक्टिस इज़ प्रूफ रीडिंग एंड यू शुड स्पेंड अप्रॉक्सीमेटली 5 मिनट्स ऑन प्रूफ रीडिंग। ठीक है, तो प्रूफ रीडिंग के एवं नहीं कि तुसी अपने आइडियाज़ चेंज करनी है शुरू कर दो। ठीक है, तो प्रूफ रीडिंग का मतलब क्या है, एक बारी तुसी अपने डाटा नू स्किम करना है। ठीक है, मतलब कि फटाफट रीड करना है तो उहदे विच तुसी की चीज़ देखनी है, टेंसेस की कोई मिसटेक तो नहीं, प्रैपोजिशंस एक्यूरेटली लगाइया हुई हैं तुसी। तो अगर तुहानू लग रहा है कि तुहानू किसी ईजी वर्ड की जगह कोई डिफिकल्ट वर्ड आंदा है तो तुसी उहनू उस चीज़ के नाल रिप्लेस कर सकते हो। प्रूफ रीडिंग नू जरूर तुसी 5 मिनट्स देने हैं। ठीक है, इन ऑर्डर टू स्कोर मोर। तो प्रैक्टिस करो 20-25 एसेज की इसी मैथड के नाल ताकि तुसी वधिया स्कोर कर सको। एंड दिस इज़ ऑल फॉर द टूडेज़ वीडियो। आई थिंक दैट यू हैव लर्नड अप्रॉक्सीमेटली ऑल द थिंग्स accurately and you will use these in your paragraphs
and in your IELTS writing task too. So keep practicing, and thank you all. And do like, comment and subscribe our channel in order to gain knowledge and attain in order to attain more knowledge. Thank you.